अस्सलाम वालेकुम ਜੀ ਦੋਸਤੋ। ਗੱਲ ਇਹ ਵੇ ਕਿ ਵਰਲਡ ਬੈਂਕ ਦੀ ਇੱਕ ਰਿਪੋਰਟ ਆਈ ਹੈ ਔਰ ਉਸ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਬਿਜਲੀ ਦੇ ਬਿੱਲ, ਪੈਟਰੋਲ ਦੀਆਂ ਕੀਮਤਾਂ ਔਰ ਗੈਸ ਦੇ ਬਿੱਲ ਨੇ, ਇਹਦੇ ਵਿੱਚ ਜਿਹੜੇ ਟੈਕਸ ਲਾਏ ਗਏ ਨੇ ਔਰ ਇਹਦੀਆਂ ਕੀਮਤਾਂ ਵਧਾਈਆਂ ਗਈਆਂ ਨੇ ਇਹਨਾਂ ਚੀਜ਼ਾਂ ਦੀਆਂ, ਉਹਦੀ ਵਜ੍ਹਾ ਨਾਲ ਪਿਛਲੇ 50 ਸਾਲ ਦੇ ਦੌਰਾਨ ਦੇ ਹੁਣ ਜਿਹੜੀ ਮੁੱਦਤ ਹੈ, ਇਹ ਰਿਕਾਰਡ ਸਤਹ ਦੇ ਉੱਤੇ ਮਹਿੰਗਾਈ ਹੋਈ। ਇਹਨਾਂ ਦੀ ਵਜ੍ਹਾ ਨਾਲ ਬਿੱਲ ਵਧਾਏ ਗਏ, ਗੈਸ, ਬਿਜਲੀ ਦੇ ਤੇ ਪੈਟਰੋਲ ਦੀਆਂ ਕੀਮਤਾਂ ਵਧਾਈਆਂ। ਅੱਛਾ, ਜਦੋਂ ਅਸੀਂ ਹਕੂਮਤ ਨੂੰ ਕਹਿੰਦੇ ਹਾਂ ਕਿ ਇਹਨਾਂ ਚੀਜ਼ਾਂ ਦੀਆਂ ਕੀਮਤਾਂ ਕਿਉਂ ਵਧਾਉਂਦੇ, ਤੇ ਉਹਦੇ ਕੋਲ ਦੋ ਤਿੰਨ ਬਹਾਨੇ ਹੁੰਦੇ ਨੇ ਆਮ ਤੌਰ 'ਤੇ। ਇੱਕ ਕਿਹਾ ਜਾਂਦਾ ਹੈ ਕਿ ਜਨਾਬ ਜਿਹੜੀਆਂ ਬੈਨ ਅਲ-ਅਕਵਾਮੀ ਕੀਮਤਾਂ ਨੇ ਉਹ ਵੱਧ ਗਈਆਂ ਨੇ। ਦੂਜਾ ਇਹ ਕਿਹਾ ਜਾਂਦਾ ਹੈ ਕਿ ਜਨਾਬ ਮੁਲਕ ਦੇ ਵਿੱਚ ਮੁਖਤਲਿਫ ਟੈਕਸ ਲਾਉਣ ਦੀ ਜਿਹੜੀ ਤਜਵੀਜ਼ IMF ਦਿੰਦੀ ਹੈ, ਤੇ ਅਸੀਂ ਕਿਉਂਕਿ ਉਹਦੇ ਕੋਲ ਕਰਜ਼ੇ ਲੈ ਰਹੇ ਹਾਂ ਤੇ ਉਹ ਜੋ ਕਵੇ ਜੀ ਅਸੀਂ ਉਹਦੇ ਮੁਤਾਬਕ ਕਰਨ ਦੇ। ਯਾਨੀ ਦੋ ਆਮ ਤੌਰ 'ਤੇ ਬਹਾਨੇ ਨੇ। ਅੱਛਾ, ਮੈਂ ਪਿਛਲੇ ਕਾਫੀ ਅਰਸੇ ਦੇ ਉੱਤੇ ਇਹਨਾਂ ਦੋਵਾਂ ਬਹਾਨਿਆਂ ਦਾ ਪੋਸਟਮਾਰਟਮ ਕਰਦਾ ਰਿਹਾ ਆਪਣੀ ਤੌਰ 'ਤੇ। ਜਾਇਜ਼ਾ ਲਿਆ ਵੇ ਕਿ ਇਹ ਬਹਾਨੇ ਵੈਲਿਡ ਹੈਗੇ ਨੇ ਕਿ ਨਹੀਂ ਹੈਗੇ। ਤੇ ਮੇਰੀ ਨਜ਼ਰ ਦੇ ਵਿੱਚ IMF ਦੀ ਜਿਹੜੀ ਸਰਬਰਾਹ ਨੇ ਖਾਤੂਨ, ਕੁਝ ਅਰਸਾ ਪਹਿਲੇ ਉਹਨਾਂ ਨੇ ਇੱਕ ਸਟੇਟਮੈਂਟ ਵੀ ਦਿੱਤੀ ਸੀ। ਉਹਨਾਂ ਨੇ ਪਾਕਿਸਤਾਨ ਨੂੰ ਮਸ਼ਵਰਾ ਦਿੱਤਾ ਸੀ ਕਿ ਤੁਸੀਂ ਨਿਚਲੇ ਜਿਹੜੇ ਤਬਕਾਤ ਨੇ, ਕਮ ਆਮਦਨੀ ਵਾਲੇ, ਇਹਨਾਂ ਦਾ ਖਿਆਲ ਕਰੋ। ਇਹਨਾਂ ਦੇ ਉੱਤੇ ਟੈਕਸਾਂ ਦਾ ਔਰ ਬਾਕੀ ਮਾਲੀਆਤੀ ਇੰਨਾ ਬੋਝ ਨਾ ਪਾਓ ਕਿ ਇਹ ਬਿਲਕੁਲ ਹੀ ਮਰ ਜਾਣੇ ਲੋਕ। ਇਹ ਉਹਦਾ ਮਸ਼ਵਰਾ ਸੀ। ਔਰ ਮਸ਼ਵਰਾ ਕਿਹਨੂੰ ਦਿੱਤਾ ਜਾ ਰਿਹਾ ਸੀ? ਪਾਕਿਸਤਾਨ ਨੂੰ। ਯਾਨੀ ਹੁਣ IMF ਵੀ ਪਾਕਿਸਤਾਨ ਨੂੰ ਕਹਿਣ ਡਿਆ ਵੇ ਕਿ ਆਪਣੇ ਲੋਕਾਂ ਤੇ ਰਹਿਮ ਕਰ। ਦੂਸਰਾ ਇਹ ਹੋਇਆ, ਮੈਨੂੰ ਇਹ ਚੰਗੀ ਗੱਲ ਲੱਗੀ ਕਿ ਨਵੇਂ ਜਿਹੜੇ ਵਜ਼ੀਰ ਖਜ਼ਾਨਾ ਆਏ ਨੇ, ਮੁਹੰਮਦ ਔਰੰਗਜ਼ੇਬ ਸਾਹਿਬ, ਇਹਨਾਂ ਨੇ ਹਲਫ ਚੁੱਕਣ ਦੇ ਚੰਦ ਦਿਨ ਬਾਅਦ ਹੀ ਕਿਹਾ ਕਿ ਮਈਸ਼ਤ ਨੂੰ ਬਿਹਤਰ ਕਰਨ ਦਾ ਇਹ ਕੋਈ ਤਰੀਕਾ ਨਹੀਂ ਹੈਗਾ ਕਿ ਤੁਸੀਂ ਟੈਕਸ ਵਧਾ ਦਿਓ। ਉਹਨਾਂ ਕਿਹਾ ਇਹ ਫਾਇਦੇਮੰਦ ਨਹੀਂ ਹੋਏਗਾ। ਇਹਨਾਂ ਸਾਰੀਆਂ ਗੱਲਾਂ ਤੇ ਮੇਰੀ ਆਪਣੀ ਵੀ ਚਿੱਤ ਇੰਝ ਹੀ ਸੀ, ਤੇ ਉਹਨੂੰ ਤਕਵੀਅਤ ਮਿਲੀ, ਤਾਕਤ ਮਿਲੀ ਜਦੋਂ ਕੱਲ ਮੈਂ ਉਹ ਰਿਪੋਰਟ ਪੜ੍ਹੀ ਵਰਲਡ ਬੈਂਕ ਦੀ। ਉਹ ਸਾਡੇ ਸਾਰੇ ਮੀਡੀਆ ਦੇ ਵਿੱਚ ਬੜਾ ਨੁਮਾਇਆਂ ਕਰਕੇ ਉਹਨੂੰ ਛਾਪਿਆ ਗਿਆ ਔਰ ਉਹਨੂੰ ਨਸ਼ਰ ਕੀਤਾ ਗਿਆ। ਰਿਪੋਰਟ ਜਿਹੜੀ ਮੈਂ ਤੁਹਾਨੂੰ ਜ਼ਿਕਰ ਕੀਤਾ ਕਿ ਹਕੂਮਤ ਨੂੰ ਕਿਹਾ ਗਿਆ ਕਿ ਇਹ ਬਿੱਲ ਜਿਹੜੇ ਵਧਾਏ ਨੇ ਤੁਸੀਂ, ਇਹਦੀ ਵਜ੍ਹਾ ਨਾਲ ਮਹਿੰਗਾਈ ਵਧੀ ਔਰ ਗਰੀਬ 50 ਸਾਲ ਦੇ ਵਿੱਚ ਸਭ ਨਾਲੋਂ ਨਿਚਲੀ ਸਤ੍ਹਾ ਤੇ ਪਹੁੰਚੇ। ਇਹਨਾਂ ਗੱਲਾਂ ਦਾ ਮੈਂ ਹਿਸਾਬ ਲਾਇਆ ਕਿ ਯਾਰ ਆਲਮੀ ਇਦਾਰਿਆਂ ਨੂੰ ਅੰਦਾਜ਼ਾ ਹੋਣ ਡਿਆ ਕਿ ਇੱਥੇ ਦੇ ਗਰੀਬ ਬੰਦੇ ਮਰ ਗਏ ਨੇ, ਸਾਡੇ ਲੋਕਾਂ ਦਾ ਆਪਣਾ ਬੁਰਾ ਹਾਲ ਹੈ, ਤੇ ਕੀ ਇਹ ਲੋਕ ਜਿਹੜੇ ਹਕੂਮਤ ਕਰਦੇ ਪਏ ਨੇ ਸਾਡੇ, ਇਹ ਏਡੇ ਬੇਰਹਿਮ ਹੋ ਸਕਦੇ ਨੇ? ਤੇ ਫਿਰ ਮੈਨੂੰ ਉੱਧਰੋਂ ਜਵਾਬ ਮਿਲਿਆ ਕਿ ਵਾਕਈ ਏਡੇ ਬੇਰਹਿਮ ਹੋ ਸਕਦੇ। ਉਹਦੀ ਵਜ੍ਹਾ ਹੈ ਕਿ ਸਾਡਾ ਜਿਹੜਾ ਜ਼ਿਆਦਾਤਰ ਟੈਕਸ ਹੈ ਉਹ ਇਨਡਾਇਰੈਕਟ ਹੈਗਾ। ਇਨਡਾਇਰੈਕਟ ਤੋਂ ਮਤਲਬ ਇਹ ਵੇ, ਇੰਝ ਸਮਝ ਲਓ ਤੁਸੀਂ ਕਿ ਜਿਵੇਂ ਤੁਹਾਡੇ ਇਲਾਕੇ ਦੇ ਵਿੱਚ ਕੋਈ 10 ਬੰਦੇ ਬਿਜਲੀ ਚੋਰੀ ਕਰਦੇ ਹੋਣ, ਅਮੀਰ ਤਗੜੇ, ਉਹਨਾਂ ਨੇ ਬਹੁਤ ਸਾਰੇ AC ਲਾਏ ਹੋਣ, ਕੋਈ ਕਾਰਖਾਨੇ ਵੀ ਲਾਏ ਹੋਣ, ਤੇ ਉਹ ਬਿਜਲੀ ਗੈਸ ਚੋਰੀ ਕਰਦੇ ਹੋਣ, ਤੇ ਉਹਨਾਂ ਦੇ ਹਿੱਸੇ ਦਾ ਜਿਹੜਾ ਬਿੱਲ ਹੈ ਉਹ ਬਾਕੀ ਮਹੱਲੇ ਨੂੰ ਦੇਣਾ ਪਵੇ। ਇਹ ਇਨਡਾਇਰੈਕਟ ਟੈਕਸ ਇਹ ਵੇ ਕਿ ਪਾਕਿਸਤਾਨ ਦੇ ਜਿਹੜੇ ਅਮੀਰ ਤਬਕਾਤ ਨੇ, ਜਿਹੜੇ ਦੌਲਤ ਕਮਾਉਂਦੇ ਪਏ ਨੇ, ਜਿਹੜੇ ਇੱਥੋਂ ਦੀ ਦੌਲਤ ਲੁੱਟ ਕੇ ਬਾਹਰ ਘੱਲਦੇ ਨੇ, ਬਾਹਰ ਅਸਾਸੇ ਬਣਾਉਂਦੇ ਨੇ, ਉਹ ਟੈਕਸ ਨਹੀਂ ਦਿੰਦੇ। ਤੇ ਉਹਨਾਂ ਦੇ ਹਿੱਸੇ ਦਾ ਟੈਕਸ ਹੁਣ ਮੁਲਕ ਚਲਾਉਣ ਵਾਸਤੇ ਤਾਂ ਤੁਹਾਨੂੰ ਪੈਸਿਆਂ ਦੀ ਲੋੜ ਹੈ ਨਾ। ਤੇ ਉਹ ਜਦੋਂ ਪੈਸੇ ਨਹੀਂ ਦਿੰਦੇ ਤੇ ਫਿਰ ਤੁਸੀਂ ਜਿੰਨੇ ਮਾੜੇ ਲੋਕ, ਮਿੱਤਰ ਲੋਕ ਔਰ ਜਿਹੜੇ ਬਿਲਕੁਲ ਹੀ ਬੇਆਸਰਾ ਲੋਕ ਰਹਿ ਜਾਂਦੇ ਨੇ, ਫਿਰ ਉਹਨਾਂ ਨੂੰ ਕਹਿੰਦੇ ਜੀ ਕੱਢੋ ਪੈਸੇ। ਉਹਦੇ ਵਿੱਚ 3-4 ਕੈਟਾਗਰੀਜ਼ ਆਉਂਦੀਆਂ ਨੇ। ਇੱਕ ਕੈਟਾਗਰੀ ਇਹ ਵੇ ਕਿ ਜਿਹੜੇ ਤਨਖਾਹਦਾਰ ਲੋਕ ਨੇ, ਜਿਨ੍ਹਾਂ ਦੀਆਂ ਤਨਖਾਹਾਂ ਬੈਂਕਾਂ ਦੇ ਜ਼ਰੀਏ ਜਾਂਦੀਆਂ, ਉਹ ਮਜਬੂਰ ਨੇ ਕਿਉਂਕਿ ਬੈਂਕਾਂ ਦੇ ਸਿਸਟਮ ਦੇ ਜ਼ਰੀਏ ਤਨਖਾਹ ਮਿਲਦੀ, ਉਹਨਾਂ ਦਾ ਉੱਥੇ ਟੈਕਸ ਕੱਟਿਆ ਜਾਂਦਾ ਜਨਾਬ ਬੈਂਕਾਂ ਦਾ। ਇੱਕ ਤਾਂ ਹੋ ਗਈ ਇਹ ਕੈਟਾਗਰੀ। ਦੂਸਰੀ ਕੈਟਾਗਰੀ ਹੈਗੀ ਇਹ ਵੇ ਕਿ ਜਿਹੜੇ ਲੋਕ ਕਿਸੇ ਤਰੀਕੇ ਨਾਲ ਫਾਈਲਰ ਨੇ ਤੇ ਇਮਾਨਦਾਰੀ ਨਾਲ ਕੰਮ ਕਰਦੇ ਪਏ ਨੇ, ਉਹ ਆਪੇ ਟੈਕਸ ਦੇ ਦਿੰਦੇ ਨੇ। ਇੱਕ ਇਹ ਵਾਲਾ। ਤੇ ਤੀਸਰਾ ਜਨਾਬ ਇਹਦੇ ਵਿੱਚ ਇਹ ਲੋਕ ਆ ਜਾਂਦੇ ਨੇ ਜਿਨ੍ਹਾਂ ਨੇ ਟੈਕਸ ਦੇਣਾ ਹੀ ਨਹੀਂ ਹੈਗਾ। ਅੱਛਾ, ਇਹ ਟੈਕਸ ਨਾ ਦੇਣ ਵਾਲੇ ਜਿਹੜੇ ਲੋਕ ਨੇ, ਇਹ ਤਾਦਾਦ 'ਚ ਬਹੁਤ ਨੇ ਤੇ ਅਮੀਰ ਨੇ। ਇਹ ਇਸ ਵਾਸਤੇ ਵੀ ਤਗੜੇ ਨੇ ਕਿ ਇਹਨਾਂ ਦੇ ਭੈਣ ਭਰਾ ਜਿਹੜੇ ਨੇ ਉਹ ਵੀ ਉਹੀ ਪਾਰਲੀਮੈਂਟ 'ਚ ਬੈਠੇ ਨੇ, ਉਹੀ FBR ਦੇ ਅਫਸਰ ਨੇ ਔਰ ਦੂਜੇ ਮਹਿਕਮਿਆਂ ਦੇ। ਸੋ ਫੈਸਲਿਆਂ ਦੀ ਤਾਕਤ ਜਿਹੜੀ ਹੈ ਉਹ ਬਲਾਈ ਤਬਕਾਤ ਦੇ ਕੋਲ ਹੈ। ਔਰ ਬਲਾਈ ਤਬਕਾਤ ਦੇ ਉੱਪਰ ਵਾਲੇ ਜਿਹੜੇ ਤਬਕਾਤ ਨੇ, ਉਹਨਾਂ ਦੀ ਇਹ ਖਾਹਿਸ਼ ਹੈ ਕਿ
ਅਸੀਂ ਇਨਡਾਇਰੈਕਟ ਟੈਕਸ ਹੀ ਲਾਈ ਰੱਖੀਏ, ਅਸੀਂ ਡਾਇਰੈਕਟ ਟੈਕਸ ਲਾਤਾ ਤੇ ਸਾਨੂੰ ਟੈਕਸ ਦੇਣਾ ਪਏਗਾ। ਸੋ ਜਨਾਬ ਉਹਨਾਂ ਦੇ ਹਿੱਸੇ ਦਾ ਟੈਕਸ ਵੀ ਅਸੀਂ ਦੇਣਾ। ਇਹ ਹੈਗੀ ਗੱਲ। ਅੱਛਾ, ਇਹ ਟੈਕਸ ਜਿਹੜਾ ਹਕੂਮਤ ਕਿਵੇਂ ਲੈਣ ਡਈ, ਉਹਨਾਂ ਦੇ ਕੋਲ ਅਸੂਲ ਹੈ ਕਿ ਪੈਟਰੋਲ ਤਾਂ ਪਾਉਣਾ ਹੀ ਪਾਉਣਾ ਲੋਕਾਂ ਨੇ, ਤੇ ਚਲੋ ਜੀ 1 ਲੀਟਰ ਦੇ ਉੱਤੇ 60 ਰੁਪਏ ਲੇਵੀ ਲਾ ਦਿਓ, ਟੈਕਸ ਪਾ ਦਿੱਤੇ। ਇਸੇ ਤਰ੍ਹਾਂ ਗੈਸ ਬਲਦੀ ਲੋਕਾਂ ਨੇ, ਤੇ ਚਲੋ ਜੀ ਹਰ ਮੀਟਰ ਦੇ ਉੱਤੇ ਇੰਨੇ ਰੁਪਈਏ ਵਧਾ ਦਿਓ। ਫਿਰ ਜਨਾਬ ਬਿਜਲੀ ਬਲਦੀ ਲੋਕਾਂ ਦੀ ਮੁਸੀਬਤ। ਹੁਣ ਸ਼ਹਿਰ ਦਾ ਰਹਿਣ ਸਹਿਣ ਇੰਝ ਦਾ ਹੋ ਗਿਆ ਕਿ ਤੁਸੀਂ ਛਾਂ ਨਹੀਂ ਹੈਗੀ, ਫਿਊਲ ਨਹੀਂ ਹੈਗਾ, ਤੇ ਕੀ ਕਰੋਗੇ? ਉਹਦਾ ਉਹਨਾਂ ਨੇ ਇੰਝ ਕੀਤਾ ਕਿ ਹਰ ਮੀਟਰ ਦੇ ਉੱਤੇ ਲਓ ਜੀ ਇੰਝ ਕਰੋ ਕਿ ਕਿਸੇ ਤੇ 500 ਪਾ ਦਿਓ, ਕਿਸੇ ਤੇ 1000 ਪਾ ਦਿਓ, ਕਿਸੇ ਤੇ 10,000 ਪਾ ਦਿਓ। ਇਹ ਤਰੀਕਾ ਹੈ। ਮੈਨੂੰ ਗੱਲ ਯਾਦ ਆਈ, ਅੱਜ ਕੋਈ ਦੋਸਤਾਂ ਦੇ ਨਾਲ ਬੈਠੇ ਵੀ ਸਾਂ, ਬੜੇ ਅਹਿਮ ਲੋਕ ਸਨ, ਤੇ ਮੈਂ ਉਹਨਾਂ ਨੂੰ ਇਹ ਗੱਲ ਸੁਣਾਈ ਕਿ ਕੋਈ 22 ਸਾਲ ਪਹਿਲੇ ਦੀ ਗੱਲ ਹੈ। ਉਦੋਂ ਮੈਂ ਨਵਾਂ ਨਵਾਂ ਮੀਡੀਆ 'ਚ ਆਇਆ ਸਾਂ, ਜਰਨਲਿਜ਼ਮ ਦੀ ਜਾਬ ਸੀ। ਸਾਡੇ ਕੋਲ ਗੁਜਰਾਤ ਤੋਂ ਇੱਕ ਮਜ਼ਦੂਰ ਲੀਡਰ ਸਨ, ਚੌਧਰੀ ਅਸਲਮ ਸਰਵਾਨ, ਹੋ ਸਕਦਾ ਮੇਰੀ ਵੀਡੀਓ ਸੁਣਨ ਜਾਂ ਉਹਨਾਂ ਦੇ ਕੋਈ ਜਾਣਨ ਵਾਲੇ, ਤੇ ਕਾਫੀ ਦਿਨਾਂ ਦੀ ਮੇਰੀ ਉਹਨਾਂ ਨਾਲ ਹੁਣ ਮੁਲਾਕਾਤ ਨਹੀਂ। ਚੌਧਰੀ ਅਸਲਮ ਸਰਵਾਨ ਆਉਂਦੇ ਹੁੰਦੇ ਸਨ ਮੇਰੇ ਕੋਲ। ਉਹ ਇੱਕ ਦਿਨ ਕਹਿਣ ਲੱਗੇ ਕਿ ਪਾਕਿਸਤਾਨ ਦੇ ਸਾਜ਼ਿਸ਼ ਕੀਤੀ ਜਾ ਰਹੀ ਹੈ, એનર્ਜੀ ਦੀਆਂ ਕੀਮਤਾਂ ਵਧਾਈਆਂ ਜਾ ਰਹੀਆਂ। ਮੈਂ ਕਿਹਾ ਚੌਧਰੀ ਸਾਹਿਬ ਇਹਦਾ ਕੀ ਨੁਕਸਾਨ ਹੋਏਗਾ? ਉਹਨਾਂ ਕਿ ਨੁਕਸਾਨ ਇਹ ਹੋਵੇਗਾ ਕਿ ਜਿਹੜੀ ਇਹ ਕਾਸਟ ਆਫ ਪ੍ਰੋਡਕਸ਼ਨ ਹੈ ਨਾ, ਚੀਜ਼ਾਂ ਦੀ ਪੈਦਾਵਾਰੀ ਲਾਗਤ, ਇਹ ਵੱਧ ਜਾਏਗੀ। ਤੇ ਮੈਂ ਕਿਹਾ ਫੇਰ ਕੀ ਹੋਏਗਾ? ਉਹਨਾਂ ਕਿ ਫੇਰ ਹੋਵੇਗਾ ਇਹ ਕਿ ਜਿਹੜੀਆਂ ਪਾਕਿਸਤਾਨੀ ਸ਼ੈਵਾਂ ਬਾਹਰ ਐਕਸਪੋਰਟ ਹੁੰਦੀਆਂ ਨੇ, ਉਹ ਬਾਹਰਲੀ ਮੰਡੀ ਦੇ ਵਿੱਚ ਦੂਜੇ ਮੁਲਕ ਵੀ ਚੀਜ਼ਾਂ ਘੱਲਦੇ ਨੇ। ਉਹਨਾਂ ਦੀਆਂ ਸ਼ੈਵਾਂ ਦੀ ਚੂੰਕਿ ਕਾਸਟ ਆਫ ਪ੍ਰੋਡਕਸ਼ਨ ਘੱਟ ਹੈਗੀ ਏ, ਉਹ ਸਸਤੀਆਂ ਹੋਣਗੀਆਂ, ਤੇ ਸਾਡੀਆਂ ਸ਼ੈਵਾਂ ਹੋਣਗੀਆਂ ਮਹਿੰਗੀਆਂ। ਤੇ ਬਾਜ਼ਾਰ ਵਿੱਚ ਅਸੀਂ ਵੀ ਜਦੋਂ ਜਾਂਦੇ ਹਾਂ ਤੇ ਇੱਕੋ ਹੀ ਕੁਆਲਿਟੀ ਦੀਆਂ ਚੀਜ਼ਾਂ 2-3 ਨਜ਼ਰ ਆਉਣ, ਤੇ ਉਹ ਲਈ ਦੀ ਚੀਜ਼ ਜਿਹਦੀ ਕੀਮਤ ਘੱਟ ਹੋਵੇ, ਉਹਨਾਂ ਕੀ ਹੋਵੇਗਾ ਹੈ ਕਿ ਫਿਰ ਲੋਕ ਸਸਤੀਆਂ ਸ਼ੈਵਾਂ ਦੂਜੇ ਮੁਲਕਾਂ ਦੀ ਲੈ ਲੈਣਗੇ ਤੇ ਸਾਡੀ ਮਹਿੰਗੀ ਸ਼ੈ ਛੱਡ ਜਾਣਗੇ। ਅੱਛਾ, ਇਹ 22 ਸਾਲ ਦੇ ਵਿੱਚ ਮੈਂ ਹੁੰਦੇ ਵੇਖਿਆ ਕਿ ਪਾਕਿਸਤਾਨ ਜਿੱਥੇ ਦੁਨੀਆ ਦੀ ਯਾਨੀ 7ਵੀਂ 8ਵੀਂ ਜਿਹੜੇ ਮਿਕਦਾਰ ਦੇ ਵਿੱਚ ਕਪਾਹ ਹੁੰਦੀ, ਉਹਦਾ ਤਾਂ ਟੈਕਸਟਾਈਲ ਦੇ ਵਿੱਚ ਹੁਣ ਦਿਨ ਬ ਦਿਨ ਕੋਟਾ ਆਲਮੀ ਸਤ੍ਹਾ ਦੇ ਉੱਤੇ ਸੁੱਕੜਦਾ ਜਾਂਦਾ ਹੈ। ਤੇ ਬੰਗਲਾਦੇਸ਼ ਵਰਗਾ ਮੁਲਕ ਜਿਹੜਾ ਇੱਕ ਗੰਢ ਗੰਢ ਜਿਹੜੀ ਹੈਗੀ ਇਹ ਕਪਾਹ ਦੀ, ਉਹ ਵੀ ਪੈਦਾ ਨਹੀਂ ਕਰਦਾ, ਉਹਨੇ ਐਤਕੀ 9 ਅਰਬ ਡਾਲਰ ਦੇ ਕੱਪੜਾ ਬਰਾਮਦ ਕੀਤਾ ਹੈ ਦੁਨੀਆ ਨੂੰ। ਵੇਖੋ ਤੁਸੀਂ ਗੱਲ। ਤੇ ਪਾਕਿਸਤਾਨ ਦੀ ਟੋਟਲ ਜਿਹੜੀ ਬਰਾਮਦਾਤ ਹੈ ਉਹ 20 ਅਰਬ ਡਾਲਰ ਨਹੀਂ ਹੋਣ ਡਈ, ਤੇ ਬੰਗਲਾਦੇਸ਼ ਵਰਗਾ ਮੁਲਕ 9 ਅਰਬ ਡਾਲਰ ਇਸ ਦਫਾ ਉਹਨੇ ਕੱਪੜਾ ਹੀ ਬਾਹਰ ਕਰ ਦਿੱਤਾ। ਕਿੱਥੋਂ ਉਹ ਕੱਪੜਾ ਲਿਆ ਉਹਨੇ? ਉਹ ਕਪਾਹ ਕਿੱਥੋਂ ਲਈ? ਉਹ ਸਾਡੇ ਕੋਲੋਂ ਲਈ ਹੋਣੀ, ਇੰਡੀਆ ਕੋਲੋਂ ਲਈ ਹੋਣੀ, ਤੁਰਕੀ ਕੋਲੋਂ ਲਈ ਹੋਣੀ, ਮਿਸਰ ਕੋਲੋਂ ਲਈ ਹੋਣੀ। ਤੇ ਇਹ ਜਨਾਬ ਹਾਲ ਹੈ ਸਾਡਾ। ਹੁਣ ਵਰਲਡ ਬੈਂਕ ਨੇ ਤਾਂ ਸਾਨੂੰ ਚੇਤਾਵਨੀ ਦੇ ਦਿੱਤੀ। ਉਹਨਾਂ ਕਿਹਾ ਸੁਣਿਓ, ਉਹ ਖਲੋ ਜਾਵੋ। ਇਹ ਜਿਹੜਾ ਤੁਸੀਂ ਟੈਕਸ ਦਾ ਨਿਜ਼ਾਮ ਨਾਫਜ਼ ਕੀਤਾ ਹੋਇਆ ਨਾ, ਜਿਹਦੇ ਜ਼ਰੀਏ ਤੁਸੀਂ ਮਈਸ਼ਤ ਬਿਹਤਰ ਕਰਨ ਦੇ ਦਾਅਵੇ ਕਰਦੇ ਰਹੇ ਜੀ, ਇਹ ਨਾਕਾਮ ਹੋ ਗਿਆ ਮਾਡਲ। ਤੇ ਪਾਕਿਸਤਾਨ ਵਾਸਤੇ ਕੋਈ ਹੋਰ ਮਾਡਲ ਲੈ ਕੇ ਆਓ ਜਿਹਦੇ ਨਾਲ ਮਈਸ਼ਤ ਉੱਠੇ। ਜਦੋਂ ਉਹਨਾਂ ਨੇ ਇਹ ਕਿਹਾ ਨਾ, ਤੇ ਮੇਰੀ ਨਜ਼ਰ 'ਚ ਆਏ ਗੁਜ਼ਰੇ ਕਿੰਨੇ ਯਾਰ ਲੋਕ ਵੱਡੇ ਵੱਡੇ ਜਿਹਨੇ ਬਣਾ ਕੇ ਸਾਡੇ ਸਾਹਮਣੇ ਰੱਖਿਆ। ਇਸਾਕ ਡਾਰ, ਪਤਾ ਨਹੀਂ ਕੀ ਉਹਨੂੰ ਅਸੀਂ ਦੇਵਤਾ ਬਣਾ ਦਿੱਤਾ, ਕਿ ਬੜੀ ਉਹਨੂੰ ਸਮਝ ਬੂਝ ਹੈਗੀ ਜਨਾਬ। ਫਿਰ ਅਸੀਂ ਵੇਖਿਆ ਕਿ ਡਾਕਟਰ ਹਫੀਜ਼ ਸ਼ੇਖ, ਮੈਂ ਉਹਨਾਂ ਨੂੰ ਜ਼ਾਤੀ ਤੌਰ ਤੇ ਬੜਾ ਲਾਇਕ ਸਮਝਦਾ, ਲੇਕਿਨ ਪਤਾ ਨਹੀਂ ਕਿਉਂ ਉਹਨਾਂ ਨੇ ਇਹੋ ਹੀ ਸਿਸਟਮ ਰੱਖਿਆ। ਫਿਰ ਅਸਦ ਉਮਰ ਆਏ, ਸ਼ੌਕਤ ਤਰੀਨ, ਫਿਰ ਜਨਾਬ ਹਮਾਦ ਅਜ਼ਹਰ, ਇਹ ਹੁਣ ਜਨਾਬ ਫਿਰ ਪੀਪਲਜ਼ ਪਾਰਟੀ ਦੇ ਲੋਕ, ਨਵੀਦ ਕਮਰ ਵਗੈਰਾ, ਪੀਪਲਜ਼ ਪਾਰਟੀ ਦੇ ਲੋਕ ਆਏ, ਮਖਦੂਮ ਸ਼ਾਹ, ਔਰ ਇਹ ਜਨਾਬ ਹੁਣ ਤੁਸੀਂ ਲੋਕ ਮੁਹੰਮਦ ਔਰੰਗਜ਼ੇਬ ਸਾਹਿਬ ਆ ਗਏ, ਵਜ਼ੀਰ ਖਜ਼ਾਨਾ ਸ਼ੌਕਤ ਅਜ਼ੀਜ਼ ਸਾਹਿਬ ਵੀ। ਸੋ ਇੰਨੇ ਬੜੇ ਲੋਕ ਆਏ। ਇਹਨਾਂ ਲੋਕਾਂ ਨੇ ਬਾਹਰ ਦੇ ਸਿਸਟਮ ਵੀ ਵੇਖੇ ਹੋਏ ਨੇ, ਔਰ ਬੜੀ ਚੰਗੀ ਤਰ੍ਹਾਂ ਵੇਖੇ ਹੋਏ ਨੇ, ਪਾਕਿਸਤਾਨ ਦੇ ਮਸਾਇਲ ਨੂੰ ਵੀ ਸਮਝਦੇ, ਪਰ ਪਤਾ ਨਹੀਂ ਕਿਉਂ ਇਹਨਾਂ ਨੇ ਐਸਾ ਟੈਕਸ ਸਿਸਟਮ ਨਾਫਜ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜਾ ਚੀਜ਼ਾਂ ਨੂੰ ਸਸਤਾ ਕਰੇ, ਜਿਹਦੇ ਨਾਲ ਇੰਡਸਟਰੀ ਵਧੇ, ਪ੍ਰੋਡਕਸ਼ਨ ਵਧੇ। ਪ੍ਰੋਡਕਸ਼ਨ ਵਧੇਗੀ, ਚੀਜ਼ਾਂ ਵਿਕਣਗੀਆਂ, ਇੰਡਸਟਰੀ ਚੱਲੇਗੀ, ਲੋਕਾਂ ਨੂੰ ਰੋਜ਼ਗਾਰ ਮਿਲੇਗਾ,
ਤੇ ਜਦੋਂ ਤੁਸੀਂ ਬਿਜਲੀ ਮਹਿੰਗੀ ਕਰ ਦਿਓਗੇ, ਗੈਸ ਮਹਿੰਗੀ ਕਰ ਦਿਓਗੇ, ਪੈਟਰੋਲ ਮਹਿੰਗਾ ਕਰ ਦਿਓਗੇ, ਕੀ ਹੋਵੇਗਾ? ਇੰਡਸਟਰੀ ਬੰਦ ਹੋ ਜਾਏਗੀ, ਲੋਕ ਬੇਰੁਜ਼ਗਾਰ ਹੋ ਜਾਣਗੇ। ਤੁਹਾਨੂੰ ਪਤਾ ਹੈ ਪਿਛਲੇ 2 ਸਾਲ ਦੇ ਵਿੱਚ 98 ਲੱਖ ਪਾਕਿਸਤਾਨੀ ਜਿਹੜਾ ਬੇਰੁਜ਼ਗਾਰ ਹੋ ਗਿਆ। 16 ਕਰੋੜ ਪਾਕਿਸਤਾਨੀ ਜਿਹੜਾ ਗੁਰਬਤ ਦੀ ਲਕੀਰ ਤੋਂ ਥੱਲੇ ਚਲਾ ਗਿਆ। ਕਿਉਂ ਚਲਾ ਗਿਆ? ਇਹਨਾਂ ਲੋਕਾਂ ਕੋਲੋਂ ਟੈਕਸ ਲਵੋਗੇ ਤੁਸੀਂ। ਇਹ ਸੋਚੋ ਤੁਸੀਂ। ਜਨਾਬ, ਤੁਹਾਡੀ ਮਿਹਰਬਾਨੀ, ਸੋਚ ਲਓ।